चीज तो बहुत क्लियर हो रही है इस पूरे मामले ਦੇ ਵਿੱਚ जो फिलहाल जानकारी है कि इस ऑल्टो ਦੇ ਵਿੱਚ दो लोग सवार ਸੀ और इस पूरे मामले ਦੇ ਵਿੱਚ ਵੱਡਾ अपडेट इस समय ਤੁਹਾਨੂੰ ਦੇ ਰਹੇ ਹਾਂ। इस ਵੱਡੇ अपडेट ਦਾ मतलब ਇਹ ਹੈ ਕਿ ਜਿਹੜੀ ਗੱਡੀਆਂ ਦਾ ਹੁਣ ਤੱਕ ਜ਼ਿਕਰ ਹੋ ਰਿਹਾ ਹੈ ਇਸ ਪੂਰੇ ਮਾਮਲੇ ਵਿੱਚ ਸਿੱਧੂ ਦੇ ਕਤਲ ਦੇ ਲਈ ऑल्टो खोई गई, ਬਲੈਰੋ ਅਤੇ ਕਰੋਲਾ ਦਾ ਇਸਤੇਮਾਲ ਕੀਤਾ ਗਿਆ ਜਿਸ ਦਾ ਪਿੱਛਾ ਕਰ ਰਹੀ ਹੈ ਸਿੱਧੂ ਦੀ ਕਾਰ ਦਾ ਪਿੱਛਾ ਕਰ ਰਹੀਆਂ ਸੀ ਕਰੋਲਾ ਤੇ ਬਲੈਰੋ ਜਿਸ ਦੇ ਵਿੱਚ ਕਾਤਲ ਸਵਾਰ ਸੀ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ऑल्टो खोई ਜਾਂਦੀ ਹੈ पर ऑल्टो ਦੇ ਵਿੱਚ ਤੇਲ ਪਵਾਇਆ ਗਿਆ। बहुत हैरान करने वाला मामला है कि करीब 1500 रुपए ਦਾ ਤੇਲ ਪਵਾਇਆ ਜਾਂਦਾ ਹੈ और ਉਸ ਤੋਂ करीब 1 किलोमीटर सवा किलोमीटर ਦੇ ਉੱਤੇ ਜਾ ਕੇ ਗੱਡੀ ਛੱਡ ਦਿੱਤੀ ਜਾਂਦੀ ਹੈ। यानी कि ਪਹਿਲਾਂ ਗੱਡੀ ਛੱਡਣ ਦਾ ਪਲਾਨ ਨਹੀਂ ਸੀ, ਤੇਲ ਪਵਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਔਰ ਇਹ ਵੀ ਕਾਬਿਲ ਗੌਰ ਹੈ ਕਿ ਜਿਹੜੇ ਇਹ ਕਾਤਲ ਸੀ ਲਾਜ਼ਮੀ ਤੌਰ ਤੇ ਜਿਹੜੀਆਂ ਸੋਸ਼ਲ ਸਾਈਟਸ ਨੇ ਜਾਂ ਫਿਰ ਨਿਊਜ਼ ਚੈਨਲਸ ਨੇ ਹੋ ਸਕਦਾ ਕਿ ਨਾਲ-ਨਾਲ ਉਹ ਵੀ ਦੇਖ ਰਹੇ ਹੋਣ ताकि इन्फॉर्मेशन भी पता लगे। तो उन्होंने गड्डी वाली इन्फॉर्मेशन लगी होगी कि गड्डी दा नंबर फ्लैश हो चुका है, इस करके इस दे विच हुण ना रुकिया जाए। तो उत्थे उन्होंने वालों डिसाइड किया गया। जो मैं अपडेट कह रहा कि इस पूरे मामले दे विच एक नवी गड्डी दी एंट्री हुंदी हुई नजर आ रही है। वो गड्डी है ब्रीजा, गड्डी ब्रीजा है। ते जेकर ब्रीजा दी एंट्री हुंदी है, क्योंकि एक चीज तो बहुत क्लीयर है कि जे मोगा दे विचों कार मिली, मोगा दे विचों दो लोग सी जिन्हां दे वालों कतल दी वारदात नूं अंजाम दिता गया ਤੇ ਉੱਥੋਂ ਜੇਕਰ ਉਹ ਭੱਜੇ ਨੇ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਭੱਜੇ ਹੋਣਗੇ, ਪੈਦਲ ਤਾਂ ਨਹੀਂ ਗਏ ਹੋਣਗੇ। ਔਰ ਉੱਥੋਂ ਜੇਕਰ ਉਹ ਭੱਜੇ ਨੇ ਗੱਡੀ ਛੱਡ ਕੇ ਤਾਂ ਫਿਰ ਉਹਨਾਂ ਨੂੰ ਕੋਈ ਗੱਡੀ ਹੋਰ ਲੈ ਕੇ ਗਈ ਆ ਉੱਥੋਂ। ਇੱਥੇ ਇਹ ਵੀ ਲੱਗ ਰਿਹਾ ਕਿਉਂਕਿ ਕਿਸੇ ਬਰੀਜਾ ਦੇ ਚੋਰੀ ਹੋਣ ਦੀ ਜਾਂ ਫਿਰ ਖੋਏ ਜਾਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਇਸ ਦਾ ਮਤਲਬ ਇਹ ਕਿ ਇਸ ਪੂਰੀ ਪਲੈਨਿੰਗ ਦੇ ਵਿੱਚ ਬਰੀਜਾ ਪਹਿਲਾਂ ਤੋਂ ਹੀ ਸੀ, ਯਾਨੀ ਕਿ ਪਹਿਲਾਂ ਤੋਂ ਹੀ ਇਹ ਪਲਾਨ ਸੀ ਕਿ ਮੋਗਾ ਵਾਲੇ ਪਾਸੇ ਭੱਜਾਂਗੇ ਤੇ ਉਸ ਤੋਂ ਬਾਅਦ ਅੱਗੇ ਬਰੀਜਾ ਹੋਏਗੀ ਜਿਹੜੀ ਤੁਹਾਨੂੰ ਉੱਥੋਂ ਕੱਢ ਕੇ ਲੈ ਕੇ ਜਾਏਗੀ। ਇਹ ਪੂਰੇ ਪਲਾਨ ਦਾ ਹਿੱਸਾ ਹੋ ਸਕਦਾ ਹੈ। ਤੇ ਇਸ ਪੂਰੇ ਮਾਮਲੇ ਦੇ ਵਿੱਚ ਮੋਗਾ ਤੋਂ ਸਾਹਮਣੇ ਆਈ ਸੀਸੀਟੀਵੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੱਸ ਰਹੀ ਹੈ ਕਿ ਬਰੀਜ਼ਾ ਕਾਰ ਦੀ ਐਂਟਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਬਰੀਜ਼ਾ ਗੱਡੀ ਇਸ ਦੇ ਪਿੱਛੇ ਦੇਖੀ ਗਈ ਹੈ। ਹਾਲਾਂਕਿ ਪੁਲਿਸ ਅਜੇ ਖੁੱਲ ਕੇ ਨਹੀਂ ਬੋਲ ਰਹੀ ਇਸ ਦੇ ਬਾਰੇ ਵਿੱਚ, ਪਰ ਦੇਖਣਾ ਹੋਏਗਾ ਕਿ ਹੋਰ ਜਾਣਕਾਰੀ ਕੀ ਦਿੱਤੀ ਜਾਂਦੀ ਹੈ। ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਜੇ 1500 ਦਾ ਤੇਲ ਪਵਾਇਆ ਮੋਗਾ ਦੇ ਵਿੱਚ 1 ਕਿਲੋਮੀਟਰ ਉੱਤੇ ਜਾ ਕੇ ਗੱਡੀ ਛੱਡ ਦਿੱਤੀ ਸਵੇਰ ਦੇ ਕਰੀਬ 4 ਵਜੇ ਤਾਂ ਉਸ ਤੋਂ ਬਾਅਦ ਉੱਥੋਂ ਭੱਜੇ ਨੇ। ਤਾਂ ਉੱਥੋਂ ਕਿਵੇਂ ਭੱਜੇ ਨੇ? ਉੱਥੋਂ ਭੱਜੇ ਨੇ ਕਿਸੇ ਨਾ ਕਿਸੇ ਗੱਡੀ ਦੇ ਵਿੱਚ ਕੋਈ ਨਾ ਕੋਈ ਸਾਧਨ ਤਾਂ ਜ਼ਰੂਰ ਹੋਏਗਾ ਜੇ ਉੱਥੋਂ ਫਰਾਰ ਹੋਏ ਨੇ। ਤੇ ਜੇਕਰ ਕੋਈ ਸਾਧਨ ਸੀ ਤਾਂ ਕੀ ਉਹ ਬਰੀਜ਼ਾ ਗੱਡੀ ਸੀ? ਕਿਉਂਕਿ ਬਰੀਜ਼ਾ ਗੱਡੀ ਜੋ ਮੈਂ ਜ਼ਿਕਰ ਕਰ ਰਿਹਾ ਕਿ ਪਹਿਲਾਂ ਤੋਂ ਕੋਈ ਚੋਰੀ ਹੋਣ ਦੀ ਖਬਰ ਤਾਂ ਸਾਹਮਣੇ ਆਈ ਨਹੀਂ। ਜੇਕਰ ਕੋਈ ਚੋਰੀ ਨਹੀਂ ਹੋਈ ਜਾਂ ਇਸ ਤਰੀਕੇ ਦੀ ਬਰੀਜ਼ਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ ਤਾਂ ਇਸ ਦਾ ਮਤਲਬ ਹੈ ਕਿ ਬਰੀਜ਼ਾ ਵੀ ਪਹਿਲਾਂ ਹੀ ਮੁਹੱਈਆ ਕਰਵਾਈ ਗਈ। ऑल्टो ਵਾਲੇ ਲੋਕਾਂ ਦੇ ਪਿੱਛੇ ਇੱਕ ਗੱਡੀ ਸੀ, ਉਹਨਾਂ ਨੂੰ ਪਹਿਲਾਂ ਹੀ ਪਲੈਨਿੰਗ ਦਾ ਹਿੱਸਾ ਸੀ ਕਿ ਤੁਸੀਂ ਕਰੋਲਾ ਛੱਡਣੀ ਹੈ ਤੇ ਉਸ ਤੋਂ ਬਾਅਦ ਕੋਈ ਗੱਡੀ ਖੋ ਕੇ ਤੁਸੀਂ ਅੱਗੇ ਫਰਾਰ ਹੋਇਓ। ਤਾਂ ਉਹਨਾਂ ਦਾ ਪਿੱਛਾ ਕਰਦੇ ਹੋਏ ਆ ਇੱਕ ਪੁਆਇੰਟ ਦੱਸ ਦਿੱਤਾ ਗਿਆ ਕਿ ਮੋਗਾ ਪਹੁੰਚ ਜਾਓ, ਉੱਥੇ ਤੁਹਾਨੂੰ ਇੱਕ ਹੋਰ ਗੱਡੀ ਮਿਲੇਗੀ। ਇਹ ਆਮ ਤੌਰ ਤੇ ਫਿਲਮੀ ਸੀਨ ਲੱਗ ਰਿਹਾ ਹੈ। ਇਸ ਤਰ੍ਹਾਂ ਹੀ ਹੁੰਦਾ ਕਿ ਇੱਕ ਪੁਆਇੰਟ ਦੱਸ ਦਿੱਤਾ ਜਾਂਦਾ ਕਿ ਤੁਸੀਂ ਮੋਗਾ ਦੇ ਵਿੱਚ ਮਾਨਸਾ ਤੋਂ 2 ਘੰਟੇ ਲੱਗਣਗੇ ਜਾਂ 4 ਘੰਟੇ ਲੱਗਣਗੇ, ਤੁਸੀਂ ਇੱਥੇ ਰੁਕਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਗੱਡੀ ਲੈ ਕੇ ਉੱਥੇ ਪਹੁੰਚਣਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਉੱਥੋਂ ਜ਼ਰੂਰ ਪਿਕ ਕਰ ਲਿਆ ਜਾਏਗਾ, ਉੱਥੋਂ ਤੁਹਾਨੂੰ ਕੱਢ ਲਿਆ ਜਾਏਗਾ। ਤਾਂ ਬਰੀਜ਼ਾ ਗੱਡੀ ਦੀ ਡਿਊਟੀ ਕੀ ਪਹਿਲਾਂ ਹੀ ਲੱਗੀ ਹੋਈ ਸੀ ਕਾਤਲਾਂ ਦੇ ਇਸ ਪੂਰੀ ਸਾਜ਼ਿਸ਼ ਦੇ ਵਿੱਚ। ਇੱਕ ਚੀਜ਼ ਤਾਂ ਬਹੁਤ ਕਲੀਅਰ ਹੋ ਰਹੀ ਹੈ ਕਿ ਇਸ ਕਤਲ ਦੇ ਪਿੱਛੇ ਕੋਈ 2-4 ਲੋਕ ਨਹੀਂ ਨੇ, ਬਲਕਿ ਬਹੁਤ ਵੱਡਾ ਇੱਕ ਗੈਂਗ ਕੰਮ ਕਰ ਰਿਹਾ ਸੀ। ਬਹੁਤ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ, ਸਾਜ਼ਿਸ਼ ਘੜੀ ਗਈ ਹੈ। ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਸਚਿਨ ਬਿਸ਼ਨੋਈ ਇਹ ਵੱਡੇ ਨਾਮ ਨਜ਼ਰ ਆ ਰਹੇ ਨੇ। ਅੱਗੇ 8 ਸ਼ਾਰਪ ਸ਼ੂਟਰਸ ਦਾ ਨਾਮ ਆ ਚੁੱਕਿਆ ਜਿਨ੍ਹਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਬਾਅਦ ਇਹ ਗੱਡੀਆਂ ਮੁਹੱਈਆ ਕਰਵਾਉਣ ਵਾਲੇ ਮਨਪ੍ਰੀਤ ਸਿੰਘ ਦਾ ਨਾਮ ਆ ਚੁੱਕਾ ਹੈ। ਔਰ ਜੋ ਬਰੀਜ਼ਾ ਗੱਡੀ ਚਲਾ ਰਿਹਾ ਸੀ, ਜਿਹੜੇ ਲੋਕ ਬਲੈਰੋ ਦੇ ਵਿੱਚ ਸਵਾਰ ਸੀ, ਕਿਉਂਕਿ ਕਰੋਲਾ ਵਾਲਿਆਂ ਨੇ ऑल्टो ਲੁੱਟੀ, ऑल्टो ਖੋਈ ਬੰਦੂਕ ਦੀ ਨੋਕ ਦੇ ਉੱਤੇ, ਉਸ ਤੋਂ ਬਾਅਦ ਉਹ ਫਰਾਰ ਹੋ ਗਏ। ਪਰ ਜਿਹੜੀ ਬਲੈਰੋ ਗੱਡੀ ਸੀ ਜਿਸ ਦੇ ਵਿੱਚ ਸਵਾਰ ਸੀ ਉਹ ਕਿਵੇਂ ਉੱਥੋਂ ਗਾਇਬ ਹੋਏ ਨੇ? ਤਾਂ ਲੱਗ ਰਿਹਾ ਕਿ ਬਲੈਰੋ ਦੇ ਲਈ ਇੱਕ ਅਲੱਗ ਤੋਂ ਪਹਿਲਾਂ ਤੋਂ ਹੀ ਸ਼ਾਇਦ ਗੱਡੀ ਅਰੇਂਜ ਕੀਤੀ ਗਈ ਸੀ ਜਿਸ ਦੇ ਵਿੱਚ ਉਹ ਭੱਜੇ ਨੇ। ਉਸ ਤੋਂ ਬਾਅਦ ਜਿਹੜੇ ऑल्टो ਦੇ ਵਿੱਚ ਸਵਾਰ ਹੋ ਕੇ ਭੱਜੇ ਸੀ ਕਾਰ ਖੋ ਕੇ, ਤਾਂ ਉਹਨਾਂ ਦੇ ਲਈ ਇੱਕ ਬਰੀਜ਼ਾ ਦਾ ਇੰਤਜ਼ਾਮ ਕੀਤਾ ਗਿਆ ਸੀ ਜੋ ਹੁਣ ਤੱਕ ਜੋ ਜਾਣਕਾਰੀ ਹੈ। ਤਾਂ ਉਸ ਬਰੀਜ਼ਾ ਦੇ ਜ਼ਰੀਏ ਵੀ ਉਹ ਭੱਜੇ ਹੋ ਸਕਦੇ ਨੇ। ਯਾਨੀ ਕਿ ਕਿਰਦਾਰ ਬਹੁਤ ਸਾਰੇ ਨੇ ਇਸ ਪੂਰੇ ਕਤਲकांड ਦੇ ਵਿੱਚ। ਬਹੁਤ ਵੱਡੀ ਪਲੈਨਿੰਗ ਕੀਤੀ ਗਈ ਸੀ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਕਿਵੇਂ ਪਹੁੰਚਣਾ ਹੈ। ਨਾ ਸਿਰਫ ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਗਈ ਬਲਕਿ ਉਸ ਪੂਰੇ ਇਲਾਕੇ ਦੀ ਰੇਕੀ ਕੀਤੀ ਗਈ। ਜਾਂ ਇਹ ਵੀ ਕਹੀਏ ਕਿ ਕਿਤੇ ਨਾ ਕਿਤੇ ਅਜਿਹੇ ਲੋਕ ਚੁਣੇ ਗਏ ਜਿਨ੍ਹਾਂ ਨੂੰ ਇਸ ਪੂਰੇ ਇਲਾਕੇ ਦੀਆਂ ਗਲੀਆਂ ਦਾ ਪਤਾ ਹੋਵੇ, ਲਿੰਕ ਰੋਡਸ ਦਾ ਪਤਾ ਹੋਵੇ। ਜੇ ਤੁਸੀਂ ਚੰਡੀਗੜ੍ਹ ਤੋਂ ਲੁਧਿਆਣੇ ਜਾਣਾ ਹੈ ਤਾਂ ਸਿੱਧਾ ਪਤਾ ਹੈ ਕਿ ਹਾਈਵੇ ਹੈ। ਚੰਡੀਗੜ੍ਹ ਤੋਂ ਤੁਸੀਂ ਹਾਈਵੇ ਪਕੜੋ ਔਰ ਵਾਇਆ ਮਰਿੰਡਾ ਸਮਰਾਲਾ ਹੋ ਕੇ ਤੁਸੀਂ ਲੁਧਿਆਣਾ ਪਹੁੰਚ ਜਾਓਗੇ। ਜੇ ਤੁਸੀਂ ਜਲੰਧਰ ਜਾਣਾ ਹੈ ਤਾਂ ਰੋਪੜ ਨਵਾਂ ਸ਼ਹਿਰ ਹੋ ਕੇ ਤੁਸੀਂ ਜਲੰਧਰ ਪਹੁੰਚ ਜਾਓਗੇ। ਪਰ ਜੇਕਰ ਤੁਸੀਂ ਇੰਟੀਰੀਅਰ ਦੇ ਵਿੱਚੋਂ ਹੋ ਕੇ ਜਾਣਾ ਹੈ, ਜੇਕਰ ਤੁਸੀਂ
ਪਿੰਡਾਂ ਦੇ ਵਿੱਚੋਂ ਹੋ ਕੇ ਜਾਣਾ ਤਾਂ ਫਿਰ ਤੁਹਾਨੂੰ ਭੇਤੀ ਹੋਣਾ ਹੋਏਗਾ ਉਸ ਪੂਰੇ ਇਲਾਕੇ ਦਾ, ਕਿਉਂਕਿ ਕਈ ਵਾਰ ਤੁਹਾਨੂੰ ਗੂਗਲ GPS ਵੀ ਉਲਝਾ ਦਿੰਦਾ ਹੈ। ਤਾਂ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਇਹ ਜਿਹੜੇ ਭੱਜ ਰਹੇ ਹੋਣਗੇ GPS ਦੀ ਮਦਦ ਤਾਂ ਨਹੀਂ ਲੈ ਰਹੇ ਹੋਣਗੇ, ਤਾਂ ਫਿਰ ਇਸ ਦਾ ਮਤਲਬ ਇਹ ਹੈ ਕਿ ਉਹ ਉਸ ਪੂਰੇ ਇਲਾਕੇ ਨੂੰ ਬਹੁਤ ਬਾਖੂਬੀ ਜਾਣਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਨੂੰ ਪਤਾ ਹੈ ਕਿ ਕਿਹੜਾ ਲਿੰਕ ਰੋਡ, ਕਿਹੜੀ ਸੜਕ ਕਿੱਥੇ ਜਾ ਕੇ ਨਿਕਲੇਗੀ ਤੇ ਉੱਥੋਂ ਅੱਗੇ ਕਿਵੇਂ ਜਾਣਾ ਹੈ, ਕਿ ਜੇ ਮੋਗੇ ਪਹੁੰਚਣਾ ਹੈ ਤਾਂ ਮੋਗਾ ਸਿੱਧਾ ਹਾਈਵੇ ਨਹੀਂ ਜਾਣਾ ਬਲਕਿ ਪਿੰਡਾਂ ਵਾਲੇ ਰਸਤਿਆਂ ਤੋਂ ਜਾਵਾਂਗੇ ਜਿੱਥੇ ਪੁਲਿਸ ਦੇ ਨਾਕੇ ਨਾ ਹੋਣ, ਜਿੱਥੇ ਕੋਈ ਅਜਿਹੇ ਕੋਈ CCTV ਨਾ ਹੋਵੇ ਜਾਂ ਫਿਰ ਕੋਈ ਇਸ ਤਰੀਕੇ ਦੀ ਦਿੱਕਤ ਨਾ ਹੋਵੇ ਮੋਗਾ ਪਹੁੰਚਣ ਦੇ ਲਈ। ਤਾਂ ਇਹ ਬਹੁਤ ਵੱਡੀ ਪਲੈਨਿੰਗ ਨਜ਼ਰ ਆ ਰਹੀ ਹੈ ਇਸ ਪੂਰੇ ਕਤਲकांड ਦੇ ਵਿੱਚ, ਜੋ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਇੱਕ ਚੀਜ਼ ਤਾਂ ਬਹੁਤ ਕਲੀਅਰ ਹੋ ਰਹੀ ਹੈ ਕਿ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਇਸ ਦੇ ਲਈ ਬਹੁਤ ਵੱਡੀ ਸਾਜ਼ਿਸ਼ ਘੜੀ ਗਈ ਹੈ। ਔਰ ਇਹ ਸਾਜ਼ਿਸ਼ ਇਸ ਤਰੀਕੇ ਨਾਲ ਵੀ ਨਹੀਂ ਕਿ ਇੱਕ ਦੋ ਦਿਨਾਂ ਦੇ ਵਿੱਚ ਘੜੀ ਗਈ ਹੋਵੇ, ਇਹ ਵੀ ਲੱਗ ਰਿਹਾ ਕਿ ਸ਼ਾਇਦ ਇਸ ਨੂੰ 15-20 ਦਿਨ, ਮਹੀਨਾ, 2 ਮਹੀਨਾ ਪਹਿਲਾਂ ਹੀ ਪਲਾਨ ਕੀਤਾ ਗਿਆ ਹੋਵੇ ਕਿ ਵਾਰਦਾਤ ਨੂੰ ਅੰਜਾਮ ਦੇਣਾ, ਪਰ ਉਸ ਦੇ ਲਈ ਪੱਕੀ ਪਲੈਨਿੰਗ ਕਰੀਏ ਤਾਂ ਉਸ ਦਾ ਅੰਜਾਮ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਔਰ ਕਰੀਬ 6-7-8 ਦਿਨ ਹੋ ਚੁੱਕੇ ਨੇ ਔਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੱਕ ਪੁਲਿਸ ਨਹੀਂ ਪਹੁੰਚ ਸਕੀ ਹੈ। 8ਵੇਂ ਦਿਨ ਜਾ ਕੇ ਜ਼ਰੂਰ ਸ਼ਾਰਪ ਸ਼ੂਟਰਾਂ ਦੀਆਂ ਤਸਵੀਰਾਂ ਦਾ ਜ਼ਿਕਰ ਹੋ ਰਿਹਾ ਹੈ, ਪਰ ਕੀ ਇਹ ਸ਼ਾਰਪ ਸ਼ੂਟਰ, ਇਹ ਆਲਟੋ ਜਿਨ੍ਹਾਂ ਨੇ ਖੋਈ ਔਰ ਜਿਨ੍ਹਾਂ ਦੇ ਵੱਲੋਂ ਉੱਥੋਂ ਇਹਨਾਂ ਨੂੰ ਕੱਢਿਆ ਗਿਆ, ਕਿਉਂਕਿ ਆਲਟੋ ਛੱਡ ਕੇ ਵੀ ਫਰਾਰ ਹੋਏ ਨੇ, ਇਹ ਤਾਂ ਬਹੁਤ ਲੰਬੀ ਚੌੜੀ ਲਿਸਟ ਨਜ਼ਰ ਆਉਂਦੀ ਹੈ ਕਿ ਇਹ ਜਿਹੜੇ ਗੈਂਗਸਟਰ ਨੇ 2 4 5 7 ਨਹੀਂ ਹੈ, ਇਹਨਾਂ ਦੇ ਪਿੱਛੇ ਬਹੁਤ ਵੱਡੀ ਫੌਜ ਨਜ਼ਰ ਆਉਂਦੀ ਹੈ ਕਿ ਸ਼ਾਇਦ ਇਹ ਪੂਰੀ ਪਲੈਨਿੰਗ ਦੇ ਵਿੱਚ 15-20 ਗੈਂਗਸਟਰ ਸ਼ਾਮਲ ਹੋਣ ਕਿ ਕੋਈ ਗੱਡੀ ਮੁਹੱਈਆ ਕਰਵਾ ਰਿਹਾ ਹੈ, ਕੋਈ ਗੱਡੀ ਅੱਗੇ ਲੈ ਕੇ ਆ ਰਿਹਾ, ਕੋਈ ਇੱਕ ਪੁਆਇੰਟ ਤੱਕ ਗੱਡੀ ਲੈ ਕੇ ਆਇਆ। ਹੁਣ ਇਹ ਵੀ ਨਹੀਂ ਪਤਾ ਕਿ ਜਿਹੜੇ ਆਲਟੋ ਦੇ ਵਿੱਚੋਂ ਨਿਕਲੇ ਔਰ ਬਰੀਜ਼ਾ ਗੱਡੀ ਦੇ ਵਿੱਚ ਸਵਾਰ ਹੋ ਗਏ ਤੇ ਉਸ ਤੋਂ ਅੱਗੇ ਉਹ ਬਰੀਜ਼ਾ ਦੇ ਵਿੱਚ ਕਿੰਨੇ ਕਿਲੋਮੀਟਰ ਗਏ ਨੇ ਜਾਂ ਕਿੰਨੇ ਘੰਟੇ ਉਹਨਾਂ ਨੇ ਸਫ਼ਰ ਕੀਤਾ ਹੈ। ਤਾਂ ਸ਼ਾਇਦ ਮੋਗਾ ਤੋਂ ਲੈ ਕੇ ਲੁਧਿਆਣਾ ਤੱਕ ਕਿਸੇ ਹੋਰ ਦਾ ਜ਼ਿੰਮਾ ਹੋਵੇ ਕਿ ਤੁਸੀਂ ਲੁਧਿਆਣੇ ਤੱਕ ਪਹੁੰਚਾਣਾ ਹੈ, ਤਾਂ ਉਸ ਤੋਂ ਬਾਅਦ ਅੱਗੇ ਪਹੁੰਚਾਉਣ ਦੇ ਲਈ ਕੋਈ ਨਵੀਂ ਗੱਡੀ ਹੋਵੇ। ਹੋ ਸਕਦਾ ਹੈ ਇੱਥੇ ਜਿਸ ਤਰੀਕੇ ਨਾਲ ਪਲੈਨਿੰਗ ਨਜ਼ਰ ਆ ਰਹੀ ਹੈ। ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਬਹੁਤ ਅਹਿਮ ਤਸਵੀਰਾਂ ਨੇ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀਆਂ ਹੋਈਆਂ, ਜੋ 30 ਮਈ 3:15 ਦੀਆਂ ਨੇ, ਸਵੇਰੇ 3:15 ਦੀਆਂ ਨੇ। ਇਹ ਕਰੀਬ 10 ਘੰਟੇ ਬਾਅਦ ਦੀਆਂ ਤਸਵੀਰਾਂ ਨੇ। ਸਿੱਧੂ ਮੂਸੇਵਾਲਾ ਦਾ ਕਤਲ 5:30 ਵਜੇ ਸ਼ਾਮ ਨੂੰ ਹੁੰਦਾ ਹੈ ਤੇ ਉਸ ਤੋਂ ਬਾਅਦ ਰਾਤ ਦੇ 12 ਵਜੇ ਤੇ ਫਿਰ ਉਸ ਤੋਂ ਸਵੇਰੇ 3:15 ਤੇ ਇਹ ਮੋਗਾ ਦੀਆਂ ਤਸਵੀਰਾਂ ਨੇ ਔਰ ਕਰੀਬ 10 ਘੰਟੇ ਦੀਆਂ, ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਜੇ ਤੁਸੀਂ ਮਾਨਸੇ ਤੋਂ ਮੋਗੇ ਜਾਣਾ ਹੈ ਤਾਂ ਕਰੀਬ 2-ਪੌਣੇ 2 ਘੰਟੇ ਦਾ ਰਸਤਾ ਹੈ ਔਰ ਜੇ ਤੁਸੀਂ ਰਾਤ ਨੂੰ ਸਫ਼ਰ ਕਰ ਰਹੇ ਹੋ ਤਾਂ ਫਿਰ ਟ੍ਰੈਫਿਕ ਨਹੀਂ ਹੁੰਦਾ, ਇਸ ਕਰਕੇ ਥੋੜਾ ਜਿਹਾ ਛੇਤੀ ਪਹੁੰਚ ਸਕਦੇ ਹੋ। ਜੇ ਲੇਟ ਵੀ ਰੱਖ ਲਈਏ ਕਿ ਲਿੰਕ ਰੋਡ ਤੋਂ ਵੀ ਨਿਕਲ ਕੇ ਆਏ ਨੇ ਤਾਂ 2 ਘੰਟੇ ਦੀ ਜਗ੍ਹਾ 2.5 ਘੰਟੇ ਲੱਗੇ ਹੋਣਗੇ, 3 ਘੰਟੇ ਲੱਗੇ ਹੋਣਗੇ, ਹੱਦ 4 ਘੰਟੇ ਲੱਗੇ ਹੋਣਗੇ। ਤਾਂ ਬਾਕੀ ਦੇ 6 ਘੰਟੇ ਗੈਂਗਸਟਰ, ਇੱਕ ਹਮਲਾਵਰ, ਇੱਕ ਕਾਤਲ ਕਿੱਥੇ ਸੀ? ਤਾਂ ਇਹ ਵੱਡਾ ਸਵਾਲ ਜ਼ਰੂਰ ਹੈ। ਤਾਂ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇੱਕ ਹੈ ਮੋਗਾ ਤੋਂ ਸਵੇਰੇ 3:15 ਤੇ 30 ਮਈ ਨੂੰ ਯਾਨੀ ਕਤਲ ਦੀ ਵਾਰਦਾਤ ਤੋਂ ਬਾਅਦ 10 ਘੰਟੇ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ ਔਰ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮਾਨਸਾ ਤੋਂ, ਜੋ 29 ਮਈ 5:47 ਦੀਆਂ ਨੇ, ਯਾਨੀ ਸਿੱਧੂ ਦਾ ਕਤਲ ਕਰਨ ਤੋਂ ਕਰੀਬ 15-16 ਮਿੰਟ ਬਾਅਦ ਇਹ ਆਲਟੋ ਦੇ ਪਿੱਛੇ ਹੈ ਬੋਲੈਰੋ, ਜਿਸ ਦੇ ਵਿੱਚ ਸਵਾਰ ਹੋ ਕੇ ਕਾਤਲ ਭੱਜੇ ਨੇ। ਤਾਂ ਉਸ ਦੀਆਂ ਤਸਵੀਰਾਂ ਸੱਜੇ ਪਾਸੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜੋ ਤੁਹਾਨੂੰ ਨਜ਼ਰ ਆ ਰਹੀਆਂ ਨੇ, 29 ਮਈ 5:47 ਦੀਆਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਕਾਤਲ ਭੱਜ ਰਹੇ ਨੇ। ਇਹਨਾਂ ਤਸਵੀਰਾਂ ਦੇ ਵਿੱਚ ਸਾਹਮਣੇ ਤੋਂ ਨਜ਼ਰ ਆ ਰਿਹਾ ਕਿ 2 ਲੋਕ ਤਾਂ ਬੈਠੇ ਹੋਏ ਨੇ, ਆਲਟੋ ਦੇ ਪਿੱਛੇ ਕਿੰਨੇ ਲੋਕ ਬੈਠੇ ਹੋਏ ਸੀ ਉਹ ਨਹੀਂ ਪਤਾ ਔਰ ਆਲਟੋ ਦੇ ਪਿੱਛੇ ਹੀ ਇੱਕ ਬੋਲੈਰੋ ਗੱਡੀ ਵੀ ਆ ਰਹੀ ਹੈ। ਇਹ ਵੀ ਲੱਗ ਰਿਹਾ ਹੈ ਕਿ ਜਿਹੜੇ ਕਰੋਲਾ ਦੇ ਵਿੱਚ ਸਵਾਰ ਸੀ ਉਹ ਇਸ ਇਲਾਕੇ ਦੇ ਭੇਤੀ ਸੀ, ਯਾਨੀ ਕਿ ਉਹਨਾਂ ਨੂੰ ਪਤਾ ਹੈ ਔਰ ਇਹ ਲੱਗ ਰਿਹਾ ਕਿ ਸ਼ਾਇਦ ਜਿਹੜੀ ਬੋਲੈਰੋ ਗੱਡੀ ਹੈ ਪਿੱਛੇ ਉਹ ਫੋਲੋ ਕਰ ਰਹੀ ਹੈ। ਜਿਵੇਂ ਆਮ ਤੌਰ ਤੇ ਜੇ 2 ਗੱਡੀਆਂ ਦੇ ਵਿੱਚ ਯਾਰ ਦੋਸਤ ਜਾ ਰਹੇ ਹੋਣ ਤਾਂ ਪਹਿਲੇ ਵਾਲੀ ਗੱਡੀ ਨੂੰ ਪਤਾ ਹੁੰਦਾ ਕਿ ਰਸਤਾ ਕਿੱਥੇ ਹੈ, ਤਾਂ ਫਿਰ ਉਸ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਗੱਡੀ ਅੱਗੇ ਲਗਾ ਲਓ, ਤੁਹਾਨੂੰ ਅਸੀਂ ਫੋਲੋ ਕਰਦੇ ਰਹਾਂਗੇ। ਔਰ ਬੋਲੈਰੋ ਦੇ ਲਈ ਇਹ ਖਾਸ ਹੈ ਕਿ ਬੋਲੈਰੋ ਕਦੇ ਪਹਿਲਾਂ ਨਹੀਂ ਨਜ਼ਰ ਆਈ, ਬੋਲੈਰੋ ਹਮੇਸ਼ਾ ਦੂਜੇ ਨੰਬਰ ਦੇ ਉੱਤੇ ਨਜ਼ਰ ਆਈ ਹੈ। ਜਦੋਂ ਸਿੱਧੂ ਮੂਸੇਵਾਲਾ ਦਾ ਪਿੱਛਾ ਕਰਨਾ ਸੀ ਦੂਜੇ ਨੰਬਰ ਦੇ ਉੱਤੇ 4-5 CCTV ਤਸਵੀਰਾਂ ਆਈਆਂ ਸਿੱਧੂ ਮੂਸੇਵਾਲਾ ਦੀ ਕਾਰ ਦਾ ਪਿੱਛਾ ਕਰਦੇ ਹੋਏ, ਤਾਂ ਬੋਲੈਰੋ ਹਮੇਸ਼ਾ ਫੋਲੋ ਕਰਦੀ ਨਜ਼ਰ ਆਈ ਹੈ ਕਰੋਲਾ ਨੂੰ। ਇਹ ਨਹੀਂ ਹੋਇਆ ਕਿ ਕਰੋਲਾ ਤੋਂ ਪਹਿਲਾਂ ਬੋਲੈਰੋ ਨਜ਼ਰ ਆਈ ਹੋਵੇ। ਤਾਂ ਕਰੋਲਾ ਦੇ ਵਿੱਚ ਵਾਰਦਾਤ ਨੂੰ ਅੰਜਾਮ ਜਾਂ ਕਹੀਏ ਕਿ ਲੀਡ ਕਰਨ ਵਾਲੇ ਲੋਕ ਸੀ, ਉਸ ਤੋਂ ਬਾਅਦ ਬੋਲੈਰੋ ਦੇ ਵਿੱਚ ਉਹਨਾਂ ਨੂੰ ਫੋਲੋ ਕਰਦੇ ਹੋਏ ਲੋਕ ਸੀ। ਇੱਥੇ ਵੀ ਜਦੋਂ ਆਲਟੋ ਕਾਰ ਖੋ ਕੇ ਭੱਜੇ ਨੇ ਤਾਂ ਬੋਲੈਰੋ ਕਾਰ ਨਹੀਂ ਬਦਲੀ ਗਈ, ਬੋਲੈਰੋ ਹੀ ਰਹਿੰਦੀ ਹੈ, ਯਾਨੀ ਕਿ ਉਹਨਾਂ ਨੂੰ ਕੋਈ ਹੋਰ ਗੱਡੀ ਲੈਣ ਦੀ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ। ਪਰ ਦੂਜੇ ਪਾਸੇ ਕਰੋਲਾ ਵਾਲਿਆਂ ਨੇ ਆਲਟੋ ਜ਼ਰੂਰ ਖੋਲੀ ਔਰ ਆਲਟੋ ਦੇ ਵਿੱਚ ਉਹ ਫਰਾਰ ਹੋਏ ਨੇ। 29 ਮਈ 5:47 ਦੀਆਂ ਤਸਵੀਰਾਂ ਨੇ। 5:30 ਤੇ 5:30 ਵਜੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਔਰ 5:47 ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ CCTV ਆਈ ਸੀ ਤੇ ਹੁਣ
30 ਮਈ ਦੀ ਤਸਵੀਰ ਆਈ ਹੈ, ਯਾਨੀ ਕਿ ਕਤਲ ਦੀ ਵਾਰਦਾਤ ਤੋਂ, ਯਾਨੀ ਜਿਹੜੀ ਸੱਜੇ ਪਾਸੇ ਵਾਲੀ ਤਸਵੀਰ ਹੈ ਤੁਹਾਡੇ, ਜਿਸ ਦੇ ਵਿੱਚ ਆਲਟੋ ਕਾਰ ਨਜ਼ਰ ਆ ਰਹੀ ਹੈ, ਉਸ ਦੇ ਪਿੱਛੇ ਬੋਲੇਰੋ ਹੈ। ਉਸ ਤੋਂ ਕਰੀਬ 10 ਘੰਟੇ ਬਾਅਦ ਦੀ ਇਹ ਤਸਵੀਰ ਹੈ। ਇਹੀ ਆਲਟੋ ਕਾਰ ਜਿਸ ਦੇ ਵਿੱਚ 2 ਲੋਕ ਸਵਾਰ ਨੇ, ਔਰ ਉਸ ਤਰੀਕੇ ਨਾਲ ਹੀ, ਕਿਉਂਕਿ ਬਹੁਤ ਧਿਆਨ ਨਾਲ ਦੇਖੋ, ਜਦੋਂ ਆਲਟੋ ਕਾਰ ਪੈਟਰੋਲ ਪੰਪ ਦੇ ਵਿੱਚ ਐਂਟਰ ਕਰਦੀ ਹੈ ਤਾਂ ਜਿਹੜੇ ਡਰਾਈਵਰ ਸੀਟ ਦੇ ਨਾਲ ਕੰਡਕਟਰ ਸੀਟ ਆਪਾਂ ਜਿਸ ਨੂੰ ਕਹਿੰਦੇ ਆ, ਖੱਬੀ ਸੀਟ ਕਾਰ ਦੇ ਵਿੱਚ, ਉਸ ਸੀਟ ਦੇ ਉੱਤੇ ਇੱਕ ਸ਼ਖਸ ਦੀ ਬਾਹ ਨਜ਼ਰ ਆਉਂਦੀ ਆ, ਔਰ ਵਾਈਟ ਕਲਰ ਦਾ ਕੁਝ ਉਸਨੇ ਪਾਇਆ ਹੋਇਆ, ਐਵੇਂ ਲੱਗ ਰਿਹਾ ਕਿ ਜਿਵੇਂ ਚਿੱਟਾ ਰੰਗ ਦਾ ਕੋਈ ਕੱਪੜਾ ਪਾਇਆ ਹੋਵੇ। ਔਰ ਜਿਹੜੀ 29 ਮਈ ਨੂੰ 5:47 ਦੇ ਉੱਤੇ ਤੁਸੀਂ ਵੀਡੀਓ ਦੇਖ ਰਹੇ ਹੋ, ਉੱਥੇ ਵੀ ਕੁਝ ਇਸ ਤਰੀਕੇ ਦੀ ਤਸਵੀਰਾਂ ਨਜ਼ਰ ਆ ਰਹੀਆਂ ਨੇ। ਆਲਟੋ ਕਾਰ ਜਦੋਂ ਬਿਲਕੁਲ ਨੇੜੇ ਆ ਕੇ ਅਸੀਂ ਉਸ ਨੂੰ ਪੌਜ਼ ਕੀਤਾ ਤਾਂ ਉਸ ਦੇ ਵਿੱਚ 2 ਲੋਕ ਸਾਹਮਣੇ ਨਜ਼ਰ ਆ ਰਹੇ ਨੇ, ਤੇ ਲੱਗ ਰਿਹਾ ਕਿ ਵਾਈਟ ਜਾਂ ਕੁਝ ਆਫ ਵਾਈਟ ਜਾਂ ਕੁਝ ਐਸਾ ਫਿੱਕਾ ਕਲਰ ਦੀ ਕੋਈ ਸ਼ਰਟ ਜਾਂ ਕੋਈ ਕੁੜਤਾ ਪਾਇਆ ਹੋਇਆ ਹੈ। ਤਾਂ 30 ਮਈ ਨੂੰ ਜਿਹੜੀ 3:15 ਤੇ ਤਸਵੀਰ ਆਈ ਹੈ, ਧਿਆਨ ਨਾਲ ਦੇਖਣਾ, ਜਦੋਂ ਇਹ ਤਸਵੀਰ ਦੇ ਵਿੱਚ ਆਲਟੋ ਗੱਡੀ ਐਂਟਰ ਕਰ ਰਹੀ ਹੈ ਤਾਂ ਉਸ ਦੇ ਵਿੱਚ ਡਰਾਈਵਰ ਸੀਟ ਦੇ ਖੱਬੇ ਵਾਲੀ ਪਾਸੇ, ਖੱਬੀ ਸੀਟ ਦੇ ਉੱਤੇ ਜੋ ਸ਼ਖਸ ਬੈਠਾ ਹੈ, ਤੇ ਸੀਸੀਟੀਵੀ ਦੇ ਵਿੱਚ ਤਸਵੀਰ ਆਉਂਦਾ ਕਿ ਸ਼ਾਇਦ ਉਸਨੇ ਕੁਝ ਲਾਈਟ ਕਲਰ ਦਾ, ਵਾਈਟ, ਆਫ ਵਾਈਟ ਜਾਂ ਇਸ ਤਰੀਕੇ ਦਾ ਕੋਈ ਕਲਰ ਦਾ ਜਿਹੜਾ ਕੱਪੜਾ ਉਹ ਪਾਇਆ ਹੋਇਆ ਹੈ। ਯਾਨੀ ਕਿ ਇਹ ਤਸਵੀਰਾਂ ਜੇ ਮੈਚ ਕਰਨ ਦੀ ਕੋਸ਼ਿਸ਼ ਹੋਵੇ ਤਾਂ ਕਰੀਬ 10 ਘੰਟਿਆਂ ਬਾਅਦ ਵੀ ਉਹੀ ਕਾਤਲ ਇਸ ਗੱਡੀ ਦੇ ਵਿੱਚ ਸਵਾਰ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ, ਔਰ 10 ਘੰਟੇ ਤੱਕ ਉਹ ਗੱਡੀ ਲੈ ਕੇ ਘੁੰਮਦੇ ਰਹੇ। ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਮੋਗਾ ਤੋਂ ਮਾਨਸਾ 2 ਘੰਟੇ ਲੱਗਦੇ ਨੇ, ਜੇ ਤੁਸੀਂ ਮਾਨਸਾ ਤੋਂ ਨਿਕਲੇ ਮੋਗਾ ਜਾਣਾ ਹੈ ਤਾਂ 2 ਘੰਟੇ ਦਾ ਸਫ਼ਰ ਹੈ, ਔਰ ਇਹਨਾਂ 2 ਘੰਟਿਆਂ ਦੇ ਵਿੱਚ ਖਾਸ ਇਹ ਹੈ ਕਿ 2 ਘੰਟੇ ਦੇ ਸਫ਼ਰ ਦੇ ਲਈ 10 ਘੰਟੇ ਲੱਗ ਗਏ। ਜੇ 2-2.5 ਘੰਟੇ, 2 ਦੀ ਜਗ੍ਹਾ 3 ਘੰਟੇ ਰੱਖ ਲਈਏ ਤਾਂ ਬਾਕੀ ਦੇ 7 ਘੰਟੇ ਗੈਂਗਸਟਰ ਕਿੱਥੇ ਲੁਕੇ ਹੋਏ ਸੀ? ਕਿ ਮਾਨਸਾ ਤੋਂ ਲੈ ਕੇ ਮੋਗਾ ਦੇ ਵਿਚਾਲੇ ਕੋਈ ਅਜਿਹਾ ਇਹਨਾਂ ਦਾ ਟਿਕਾਣਾ ਸੀ ਜਿੱਥੇ ਇਹ ਰੁਕੇ ਹੋਏ ਸੀ, ਕਿਸੇ ਹੋਟਲ ਦੇ ਵਿੱਚ, ਜਾਂ ਫਿਰ ਇਹਨਾਂ ਨੂੰ ਕੋਈ ਪਨਾਹ ਦੇ ਰਿਹਾ ਸੀ, ਜਾਂ ਮਨਪ੍ਰੀਤ ਸਿੰਘ ਜਿਹੜਾ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ ਉਸਨੇ ਕੋਈ ਅਰੇਂਜ ਕੀਤਾ ਗਿਆ ਸੀ? ਤਾਂ ਇਹ ਵੱਡਾ ਸਵਾਲ ਜ਼ਰੂਰ ਹੈ ਕਿ ਆਖਿਰ ਇਸ ਤਰੀਕੇ ਨਾਲ ਇਹ 7 ਘੰਟੇ 8 ਘੰਟੇ ਕਿੱਥੇ ਰਹੇ? ਤਾਂ ਮੋਗਾ ਦੇ ਵਿੱਚ ਆਲਟੋ, ਮਾਨਸਾ ਦੇ ਵਿੱਚ ਆਲਟੋ, 2 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਕਤਲ ਦੇ 10 ਘੰਟੇ ਬਾਅਦ ਦੀਆਂ ਤਸਵੀਰਾਂ ਨੇ, ਜਦੋਂ ਇਹ ਪੈਟਰੋਲ ਪੰਪ ਦੇ ਉੱਤੇ ਜਾ ਕੇ 1500 ਰੁਪਏ ਦਾ ਦੱਸਿਆ ਜਾ ਰਿਹਾ ਕਿ 1500 ਰੁਪਏ ਦਾ ਤੇਲ ਪਵਾਇਆ। ਔਰ ਖਾਸ ਇਹ ਵੀ ਹੈ ਕਿ ਇਹ ਬੜੇ ਸ਼ਾਤਰ ਸੀ, ਬੜੇ ਸ਼ਾਤਰ ਨੇ, ਇਹਨਾਂ ਨੂੰ ਪਤਾ ਹੈ ਕਿ ਪੈਟਰੋਲ ਪੰਪ ਦੇ ਉੱਤੇ ਸੀਸੀਟੀਵੀ ਲੱਗੇ ਹੁੰਦੇ ਨੇ, ਗੱਡੀ ਦੇ ਵਿੱਚੋਂ ਕੋਈ ਨਹੀਂ ਉਤਰਦਾ, ਗੱਡੀ ਦੇ ਵਿੱਚੋਂ ਕੋਈ ਨਹੀਂ ਉਤਰਿਆ। ਆਮ ਤੌਰ ਤੇ ਕੀ ਹੁੰਦਾ ਹੈ, ਹਾਲਾਂਕਿ ਬਹੁਤ ਸਾਰੇ ਲੋਕ ਗੱਡੀ ਦੇ ਵਿੱਚੋਂ ਉਤਰ ਕੇ ਪੈਟਰੋਲ ਨਹੀਂ ਪਵਾਉਂਦੇ, ਪਰ ਗੱਡੀ ਦੇ ਵਿੱਚੋਂ ਆਮ ਤੌਰ ਤੇ ਲੋਕ ਉਤਰਦੇ ਨੇ, ਜ਼ੀਰੋ ਚੈੱਕ ਕਰਦੇ ਨੇ ਕਿ ਪੈਟਰੋਲ ਜ਼ੀਰੋ ਤੋਂ ਪਾਇਆ ਜਾ ਰਿਹਾ ਹੈ, ਤੇ ਉਸ ਤੋਂ ਬਾਅਦ ਫਿਰ ਪੈਟਰੋਲ ਪਵਾਉਂਦੇ ਨੇ। ਆਮ ਤੌਰ ਤੇ ਗੱਡੀ ਚੋਂ ਕੋਈ ਨਾ ਕੋਈ ਉਤਰ ਆਉਂਦਾ ਹੈ, ਔਰ ਖਾਸ ਤੌਰ ਤੇ ਜਦੋਂ ਪੈਟਰੋਲ ਪੰਪ ਤੇ ਭੀੜ ਨਾ ਹੋਵੇ, ਔਰ ਖਾਸ ਤੌਰ ਤੇ ਜਦੋਂ ਅਸੀਂ ਇੰਟੀਰੀਅਰ ਇਲਾਕਿਆਂ ਦਾ ਜ਼ਿਕਰ ਕਰਦੇ ਹਾਂ। ਪਰ ਇਹ ਬੜੇ ਸ਼ਾਤਰ ਸੀ, ਇਹਨਾਂ ਨੂੰ ਪਤਾ ਹੈ ਕਿ ਪੈਟਰੋਲ ਪੰਪ ਦੇ ਉੱਤੇ ਸੀਸੀਟੀਵੀ ਤਾਂ ਹੋਏਗਾ, ਸਾਡੀ ਸ਼ਕਲ ਨਾ ਜਾਵੇ, ਇਸ ਕਰਕੇ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੈਟਰੋਲ ਤਾਂ ਪਵਾਇਆ ਗਿਆ, ਪਰ ਬਾਹਰ ਕੋਈ ਨਹੀਂ ਆਇਆ, ਔਰ ਇੱਥੇ ਕੋਈ ਕਿੰਤੂ ਪਰੰਤੂ ਨਹੀਂ ਕੀਤੀ। ਦੇਖੋ, ਜਿਸ ਸ਼ਖਸ ਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ, ਬੜੀ ਤਹਿਜ਼ੀਬ ਦੇ ਨਾਲ, ਬਹੁਤ ਤਹਿਜ਼ੀਬ ਦੇ ਨਾਲ ਪੈਟਰੋਲ ਪੰਪ ਦੇ ਉੱਤੇ ਜਾਂਦੇ ਨੇ ਔਰ ਪੈਟਰੋਲ ਪਵਾ ਕੇ ਉੱਥੋਂ ਫਰਾਰ ਹੁੰਦੇ ਨੇ। ਹੱਥ ਅਸਲਾ ਵੀ ਸੀ, ਯਾਨੀ ਕਿ ਪੈਸੇ ਵੀ ਦਿੱਤੇ ਗਏ ਨੇ। ਜੇ ਪੈਸੇ ਨਾ ਦਿੱਤੇ ਗਏ ਹੁੰਦੇ ਤਾਂ ਲੁੱਟ ਦੀ ਘਟਨਾ ਬਣ ਜਾਂਦੀ, ਤਾਂ ਫਿਰ ਉੱਥੋਂ ਵੀ ਪੁਲਿਸ ਨੂੰ ਇਨਫੋਰਮੇਸ਼ਨ ਪਹੁੰਚ ਜਾਂਦੀ। ਜਦੋਂ ਇੰਨੇ ਵੱਡੇ ਗੈਂਗਸਟਰ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਨੇ, ਕੋਲੇ ਹਥਿਆਰ ਨੇ ਔਰ ਏਡੀ ਜ਼ਬਰਦਸਤ ਫਾਇਰਿੰਗ ਕੀਤੀ ਹੈ, ਤਾਂ ਫਿਰ ਪੈਟਰੋਲ ਪੰਪ ਵਾਲੇ ਨੂੰ ਸ਼ਾਇਦ ਪੈਸੇ ਨਾ ਵੀ ਦਿੰਦੇ ਤਾਂ ਉਹ ਕੀ ਕਰਦਾ ਜੇ ਹਥਿਆਰ ਉਸ ਨੂੰ ਦਿਖਾ ਦਿੱਤੇ ਜਾਂਦੇ। ਪਰ ਬੜੇ ਸ਼ਾਤਰ ਨੇ ਕਿ ਕੋਈ ਹੋਰ ਘਟਨਾ ਨੂੰ ਅੰਜਾਮ ਨਹੀਂ ਦੇਣਾ। ਕਿ ਜੇਕਰ ਇਹ ਹੁੰਦਾ, ਤੁਸੀਂ ਇਹ ਦੇਖੋ ਕਿ ਮੋਗਾ ਵਾਲੀਆਂ ਇਹ ਤਸਵੀਰਾਂ ਕਰੀਬ 8 ਦਿਨਾਂ ਬਾਅਦ ਸਾਹਮਣੇ ਆਈਆਂ ਨੇ, ਤਾਂ ਇਹ ਬੜੇ ਸ਼ਾਤਰ ਤਰੀਕੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਔਰ ਇਹ ਅਹਿਮ ਤਸਵੀਰਾਂ ਹੁਣ ਨਿਕਲ ਕੇ ਸਾਹਮਣੇ ਆਈਆਂ ਨੇ।